ਹੁਣ ਅਸੀਂ ਕਰਦੇ ਹਾਂ 7ਵੀਂ ਜਮਾਤ ਦਾ ਗਣਿਤ ਦਾ ਅਭਿਆਸ 13.1। ਅਭਿਆਸ ਦਾ ਨਾਮ ਹੈ ਘਾਤ ਅੰਕ ਅਤੇ ਘਾਤ। ਮੰਨ ਲਓ ਮੈਂ 2 ਨੂੰ 5 ਵਾਰੀ ਗੁਣਾ ਕਰਨੀ ਹੈ ਤਾਂ ਇਸ ਨੂੰ ਮੈਂ ਇੱਕ ਹੋਰ ਤਰੀਕੇ ਨਾਲ ਵੀ ਲਿਖ ਸਕਦਾ। ਹੇਠਾਂ 2 ਪਾ ਕੇ ਜਿੰਨੇ ਵਾਰ ਇਸ ਨੂੰ ਗੁਣਾ ਕੀਤਾ ਗਿਆ ਹੈ ਛੋਟੀ ਜਿਹੀ ਸੰਖਿਆ ਉਹਦੇ ਉੱਪਰ ਛੋਟਾ ਜਿਹਾ ਅੰਕ ਬਣਾ ਕੇ ਉੱਪਰ ਲਿਖਤਾ। ਇਸੇ ਤਰੀਕੇ ਨਾਲ ਮੰਨ ਲਓ ਮੈਂ 3 ਨੂੰ 4 ਵਾਰ ਗੁਣਾ ਕੀਤੀ ਹੈ ਤਾਂ ਇਹਨੂੰ ਮੈਂ ਸੌਖੇ ਤਰੀਕੇ ਨਾਲ ਲਿਖ ਸਕਦਾ। ਹੇਠਾਂ 3 ਜਿੰਨੇ ਵਾਰ ਗੁਣਾ ਕੀਤਾ ਹੈ ਛੋਟੇ ਜਿਹੇ ਅੰਕ ਦੇ ਰੂਪ ਵਿੱਚ। 2 ਨੂੰ ਜਿੰਨੇ ਵਾਰ ਗੁਣਾ ਕੀਤਾ ਗਿਆ ਉਹ ਅੰਕ ਉਸ ਦੇ ਉੱਪਰ ਲਗਾਇਆ, ਯਾਨੀ ਕਿ ਜਿੰਨੇ ਵਾਰ ਗੁਣਾ ਕੀਤਾ ਗਿਆ। ਜਿਸ ਨੂੰ ਗੁਣਾ ਕੀਤਾ ਉਹ ਹੇਠਾਂ ਲਗਾਇਆ। ਤਾਂ ਇਹ ਜਿਹੜਾ ਸਾਡਾ 2 ਹੈ ਜਿਸ ਨੂੰ ਅਸੀਂ ਬਾਰ-ਬਾਰ ਗੁਣਾ ਕਰ ਰਹੇ ਹਾਂ ਇਸ ਨੂੰ ਅਸੀਂ ਕਹਿੰਦੇ ਹਾਂ ਜੀ ਆਧਾਰ ਅੰਕ, ਅਤੇ ਜਿੰਨੇ ਵਾਰ ਗੁਣਾ ਕੀਤਾ ਇਸ ਨੂੰ ਕਹਿੰਦੇ ਹਾਂ ਜੀ ਘਾਤ ਅੰਕ। ਹੁਣ ਦੇਖੋ ਹੇਠਾਂ 3 ਨੂੰ ਕਿਉਂਕਿ 4 ਵਾਰ ਗੁਣਾ ਕੀਤਾ ਤਾਂ ਇੱਥੇ ਸਾਡਾ ਆਧਾਰ ਅੰਕ ਕਿੰਨਾ ਹੋ ਗਿਆ? ਆਧਾਰ ਅੰਕ ਬਰਾਬਰ 3। ਕਿੰਨੇ ਵਾਰ ਗੁਣਾ ਕੀਤਾ ਗਿਆ? 4 ਵਾਰ। ਤਾਂ ਇਹ ਸਾਡਾ ਘਾਤ ਅੰਕ ਕੀ ਹੋ ਗਿਆ? 4। ਹੁਣ ਨੋਟ ਕਰੋ, ਕਿਸੇ ਵੀ ਸੰਖਿਆ ਨੂੰ ਜਿੰਨੇ ਵਾਰ ਗੁਣਾ ਕੀਤਾ ਉਸ ਦੀ ਘਾਤ ਦੇ ਰੂਪ ਵਿੱਚ ਲਿਖ ਦਿੱਤਾ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਘਾਤ ਅੰਕੀ ਸੰਕੇਤਨ ਰੂਪ। ਇੱਕ ਹੋਰ ਉਦਾਹਰਨ ਲਓ, ਜਿਵੇਂ ਕਿ ਮੰਨ ਲਵੋ ਮੈਂ 10 ਨੂੰ 3 ਵਾਰ ਗੁਣਾ ਕੀਤਾ ਤਾਂ ਇਹਨੂੰ ਮੈਂ ਲਿਖਾਂਗਾ 10 ਦੀ ਘਾਤ 3। ਇਹਨੂੰ ਪੜ੍ਹਨਾ ਕਿਸ ਤਰ੍ਹਾਂ ਅਸੀਂ? 10 ਦੀ ਘਾਤ 3। ਤਾਂ ਇਹ ਪੜ੍ਹਨਾ ਅਸੀਂ। ਤਾਂ ਇਹਦਾ ਘਾਤ ਅੰਕੀ ਸੰਕੇਤਨ ਰੂਪ ਕੀ ਹੋ ਗਿਆ ਜੀ? 10 ਦੀ ਪਾਵਰ 3 ਜਾਂ 10 ਦੀ ਘਾਤ 3। ਅੱਛਾ, ਹੁਣ ਤੁਹਾਡੇ ਯਾਦ ਹੋਏਗਾ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਜਾਂ ਪ੍ਰਸਾਰਿਤ ਰੂਪ ਜਾਂ ਇਸ ਤਰ੍ਹਾਂ ਕਹਿ ਲਵੋ ਸਥਾਨਕ ਮੁੱਲ ਸਾਰਣੀ ਦੇ ਰੂਪ ਵਿੱਚ ਸੰਖਿਆਵਾਂ ਨੂੰ ਲਿਖਣਾ ਸਿੱਖਿਆ ਸੀ। ਜਿਵੇਂ ਕਿ 47,561 ਹੈ। ਜਦੋਂ ਅਸੀਂ ਸਥਾਨਕ ਮੁੱਲ ਦੀ ਗੱਲ ਕਰਦੇ ਸੀ, ਸਥਾਨਕ ਮੁੱਲ ਤਾਂ ਇੱਕ ਹੈ ਜਿਹੜਾ ਸਾਡਾ ਇਕਾਈ ਦੇ ਸਥਾਨ 'ਤੇ ਹੈ, ਇਹਨੂੰ ਉਸੇ ਤਰ੍ਹਾਂ ਉਤਾਰ ਲੈਂਦੇ ਸੀ। 6 ਸਾਡਾ ਦਹਾਈ ਦੇ ਸਥਾਨ 'ਤੇ ਆ ਤਾਂ 6 ਉਹਦੇ ਪਿੱਛੇ ਜਿੰਨੇ ਅੰਕ ਆ ਉਨੀਆਂ ਸਿਫਰਾਂ। 5 ਸਾਡਾ ਸੈਂਕੜੇ ਦੇ ਸਥਾਨ 'ਤੇ ਹੈ, 5 ਨਾਲ 2 ਸਿਫਰਾਂ। 7 ਹਜ਼ਾਰ ਦੇ ਸਥਾਨ 'ਤੇ ਹੈ, ਪਿੱਛੇ 3 ਸਿਫਰਾਂ। 4 ਹੈ ਜਿਹੜਾ 10,000 ਦੇ ਸਥਾਨ 'ਤੇ ਹੈ ਤਾਂ ਪਿੱਛੇ 4 ਸਿਫਰਾਂ। ਥੋੜ੍ਹਾ ਨੋਟ ਕਰੋ, 47,561 ਨੂੰ ਮੈਂ ਇੱਦਾਂ ਵੀ ਲਿਖ ਸਕਦਾ, 4 ਦੇ ਨਾਲ 4 ਸਿਫਰਾਂ ਗਿਣ ਕੇ ਪਲੱਸ 7 ਦੇ ਨਾਲ 3 ਸਿਫਰਾਂ ਪਲੱਸ 5 ਦੇ ਨਾਲ 2 ਸਿਫਰਾਂ, 6 ਨਾਲ 1 ਸਿਫਰ ਅਤੇ ਪਲੱਸ ਦਾ 1। ਜਾਂ ਕਹਿ ਲਓ ਇਹਨੂੰ ਸ਼ਾਰਟਕਟ ਤਰੀਕੇ ਨਾਲ ਇੱਦਾਂ ਲਿਖਿਆ ਜਾ ਸਕਦਾ ਹੈ 4 ਗੁਣਾ ਸਿਫਰਾਂ ਦੇਖੋ ਜੀ ਕਿੰਨੀਆਂ? 4 ਸਿਫਰ ਹੈ, 1 2 3 4, 10,000 ਨਾਲ ਗੁਣਾ। 7 ਗੁਣਾ 3 ਸਿਫਰ ਹੈ, 1,000 ਨਾਲ ਗੁਣਾ। 5 ਗੁਣਾ 100, ਇਸੇ ਤਰੀਕੇ ਨਾਲ 6 ਗੁਣਾ 10। 1 ਨੂੰ ਗੁਣਾ ਕਰਨ ਦੀ ਲੋੜ ਨਹੀਂ ਕਿਸੇ ਨਾਲ, ਉਸੇ ਤਰੀਕੇ ਨਾਲ ਲਿਖ ਲਓ 1। ਹੁਣ ਨੋਟ ਕਰੋ, ਇਹ ਹੈ ਜੀ 10 ਦੀ ਘਾਤ 3 4, ਕਿਉਂਕਿ 4 ਸਿਫਰ ਹੈ। ਇੱਥੇ 3 ਸਿਫਰ ਹੈ ਤਾਂ ਇਹਨੂੰ ਲਿਖ ਸਕਦੇ ਹੋ 10 ਦੀ ਘਾਤ 3। ਇੱਥੇ 2 ਸਿਫਰ ਹੈ ਤਾਂ 5 ਗੁਣਾ 10 ਦੀ ਘਾਤ 2, 6 ਗੁਣਾ 10 ਦੀ ਘਾਤ 1 ਪਲੱਸ 1 ਗੁਣਾ 10 ਦੀ ਘਾਤ 0। ਤੁਸੀਂ ਇੱਦਾਂ ਵੀ ਲਿਖ ਸਕਦੇ ਹੋ। ਇਹਦਾ ਮਤਲਬ ਹੋ ਗਿਆ 47,561 ਨੂੰ ਅਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਤਾਂ ਇਸ ਨੂੰ ਕਹਿੰਦੇ ਆ ਜੀ ਸੰਖਿਆ ਦਾ ਵਿਸਤ੍ਰਿਤ ਰੂਪ ਜਾਂ ਪ੍ਰਸਾਰਿਤ ਰੂਪ। ਲਓ, ਸੰਖਿਆ ਦਾ ਵਿਸਤ੍ਰਿਤ ਜਾਂ ਪ੍ਰਸਾਰਿਤ ਰੂਪ। ਆਓ ਇੱਕ ਹੋਰ ਉਦਾਹਰਨ ਲੈ ਕੇ ਦੇਖਦੇ ਹਾਂ ਆਪਾਂ। ਮੰਨ ਲਵੋ ਜੀ 3 7 2 5 9 ਹੈ। ਹੁਣ ਇੱਥੇ ਨੋਟ ਕਰੋ
ਇਹਦਾ ਸੌਖਾ ਢੰਗ ਕੀ ਹੈ? ਸਭ ਤੋਂ ਪਹਿਲਾਂ 9 ਹੈਗਾ ਇਕਾਈ ਦੇ ਸਥਾਨ 'ਤੇ, ਤਾਂ ਇੱਥੇ ਪਲੱਸ ਦਾ ਨਿਸ਼ਾਨ ਪਾ ਕੇ 9 ਗੁਣਾ 10 ਦੀ ਘਾਤ 0। 5 ਹੈ ਦੀ ਦਹਾਈ ਦੇ ਸਥਾਨ 'ਤੇ, 5 ਗੁਣਾ 10 ਦੀ ਪਾਵਰ 1। 2 ਹੈ ਸੈਂਕੜੇ ਦੇ ਸਥਾਨ 'ਤੇ, 2 ਗੁਣਾ 10 ਦੀ ਪਾਵਰ 2। 7 ਹੈ ਜਿਹੜਾ ਹਜ਼ਾਰ ਦੇ ਸਥਾਨ 'ਤੇ ਹੈ, 7 ਗੁਣਾ 10 ਦੀ ਪਾਵਰ 3। ਅਤੇ 3 ਹੈ ਜਿਹੜਾ 10,000 ਦੇ ਸਥਾਨ 'ਤੇ ਹੈ, 3 ਗੁਣਾ 10 ਦੀ ਘਾਤ 4। ਇਹ ਬਣ ਗਿਆ ਜੀ ਸੰਖਿਆ ਦਾ ਵਿਸਤ੍ਰਿਤ ਰੂਪ ਜਾਂ ਪ੍ਰਸਾਰਿਤ ਰੂਪ। ਅੱਛਾ, ਹੁਣ ਤੁਹਾਡੇ ਮਨ ਦੇ ਵਿੱਚ ਇੱਕ ਸ਼ੰਕਾ ਉੱਠ ਰਹੀ ਹੋਏਗੀ ਕਿ ਜਿਸ ਤਰ੍ਹਾਂ 2 ਗੁਣਾ 10 ਦੀ ਪਾਵਰ 2 ਜਾਂ 7 ਗੁਣਾ 10 ਦੀ ਪਾਵਰ 3 ਕਿਉਂ ਲਿਖਿਆ ਗਿਆ? ਤਾਂ ਨੋਟ ਕਰੋ, ਸਭ ਤੋਂ ਉੱਪਰ ਜਦੋਂ ਮੈਂ ਤੁਹਾਡੇ ਨਾਲ ਘਾਤ ਅੰਕਾਂ ਦੀ ਗੱਲ ਕੀਤੀ ਹੈ ਤਾਂ 10 ਨੂੰ ਅਸੀਂ ਲਿਖ ਸਕਦੇ ਹਾਂ 10 ਦੀ ਪਾਵਰ 1, 10 ਦੀ ਘਾਤ 1, ਕਿਉਂਕਿ 10 ਨੂੰ ਇੱਕ ਵਾਰ ਹੀ ਲਿਖਿਆ ਗਿਆ। 10 ਦੀ ਘਾਤ 2 ਦਾ ਮਤਲਬ ਹੈ 10 ਗੁਣਾ 10, 10 ਦਾ ਆ 100। 10 ਦੀ ਘਾਤ 3 ਦਾ ਮਤਲਬ ਹੈ 10 ਗੁਣਾ 10 ਗੁਣਾ 10, ਆਪਣੇ ਆਪ ਨਾਲ 3 ਵਾਰ ਗੁਣਾ। ਇੱਕ ਏਕਮ ਇੱਕ ਏਕਮ ਇੱਕ, ਸਿਫਰਾਂ ਗਿਣ ਕੇ ਨਾਲ ਲਗਾ ਦਿਓ। ਠੀਕ ਹੈ ਜੀ। ਇਸੇ ਤਰੀਕੇ ਨਾਲ 10 ਦੀ ਘਾਤ 4 ਦਾ ਮਤਲਬ ਹੈ 10 ਨੂੰ ਆਪਣੇ ਆਪ ਨਾਲ 4 ਵਾਰ ਗੁਣਾ ਕਰਨਾ, ਇੱਕ ਦੇ ਨਾਲ ਗਿਣ ਕੇ 4 ਸਿਫਰਾਂ ਲਗਾ ਦਿਓ। ਹੁਣ ਇੱਥੇ ਨੋਟ ਕਰੋ, ਜਦੋਂ 10 ਦੀ ਘਾਤ 2 ਹੈ ਤਾਂ ਇਸ ਲਈ ਸ਼ਬਦ ਵਰਤਿਆ ਜਾਂਦਾ 10 ਦਾ ਵਰਗ, ਯਾਨੀ ਕਿ ਤੁਸੀਂ ਇਸ ਨੂੰ ਲਿਖ ਸਕਦੇ ਹੋ 10 ਦਾ ਵਰਗ 100 ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਘਾਤ 3 ਵਰਤੀ ਜਾਵੇ ਤਾਂ 3 ਦੇ ਲਈ ਸ਼ਬਦ ਘਣ ਵਰਤਿਆ ਜਾਂਦਾ ਹੈ, ਯਾਨੀ ਕਿ ਤੁਸੀਂ ਲਿਖ ਸਕਦੇ ਹੋ 10 ਦਾ ਘਣ 1000 ਹੈ। ਅੱਛਾ, ਇੱਕ ਬੜੀ ਇੱਥੇ ਨੋਟ ਕਰਨ ਵਾਲੀ ਗੱਲ ਹੈ, ਮੰਨ ਲਓ ਤੁਸੀਂ -1 ਦੀ ਘਾਤ ਕੋਈ ਟਾਂਕ ਸੰਖਿਆ ਲੈਂਦੇ ਹੋ, ਜਿਵੇਂ -1 ਦੀ ਘਾਤ 3, ਤਾਂ ਜਦੋਂ ਵੀ ਕਿਤੇ ਮਾਈਨਸ ਦੀ ਘਾਤ ਟਾਂਕ ਦੇ ਵਿੱਚ ਹੋਵੇ ਤਾਂ ਤੁਹਾਡਾ ਉੱਤਰ ਨੈਗੇਟਿਵ ਹੀ ਆਏਗਾ, ਮਾਈਨਸ ਵਿੱਚ ਹੀ ਆਏਗਾ। ਇਹ ਯਾਦ ਰੱਖਣਾ। 1 ਗੁਣਾ 1 ਗੁਣਾ 1 1, ਕਿਉਂਕਿ ਮਾਈਨਸ ਗੁਣਾ ਮਾਈਨਸ ਪਲੱਸ ਹੋ ਗਿਆ। ਹੁਣ ਇਸ ਪਲੱਸ ਨੂੰ ਮਾਈਨਸ ਨਾਲ ਗੁਣਾ ਕਰੋਗੇ, ਮਾਈਨਸ ਆ ਜਾਣਾ। ਇਸੇ ਤਰੀਕੇ ਨਾਲ ਜਦੋਂ -1 ਦੀ ਘਾਤ ਜਿਸਤ ਸੰਖਿਆ ਹੋਵੇ, ਉਦਾਹਰਨ ਵਜੋਂ -1 ਦੀ ਘਾਤ 4, ਤਾਂ -1 ਨੂੰ ਅਸੀਂ 4 ਵਾਰ ਗੁਣਾ ਕਰ ਰਹੇ ਹਾਂ ਆਪਣੇ ਆਪ ਨਾਲ। ਹੁਣ ਨੋਟ ਕਰੋ, 1 ਏਕਮ 1, 1 ਏਕਮ 1, 1 ਏਕਮ 1, ਯਾਨੀ ਕਿ ਚਾਰੇ ਏਕਿਆਂ ਨੂੰ ਆਪਸ 'ਚ ਗੁਣਾ ਕਰਕੇ 1 ਆ ਗਿਆ। ਮਾਈਨਸ ਗੁਣਾ ਮਾਈਨਸ, ਇਹ ਕੀ ਬਣ ਗਿਆ ਜੀ? ਪਲੱਸ। ਮਾਈਨਸ ਗੁਣਾ ਮਾਈਨਸ ਪਲੱਸ। 1 ਏਕਮ 1, 1 ਏਕਮ 1, ਤਾਂ ਜਦੋਂ ਫਿਰ ਇਹਨਾਂ ਦੀ ਗੁਣਾ ਕਰੋਗੇ ਪਲੱਸ ਗੁਣਾ ਪਲੱਸ, ਬਈ ਪਲੱਸ ਹੀ ਰਹੇਗਾ। ਯਾਨੀ ਕਿ -1 ਦੀ ਘਾਤ ਟਾਂਕ ਹੋਵੇ ਤਾਂ ਉੱਤਰ ਤੁਹਾਡਾ ਕੀ ਆਏਗਾ ਜੀ? ਨੈਗੇਟਿਵ ਹੀ ਆਏਗਾ। ਅਤੇ ਇਸੇ ਤਰ੍ਹਾਂ ਜਦੋਂ ਮਾਈਨਸ ਦੀ ਘਾਤ ਜਿਸਤ ਸੰਖਿਆ ਹੋਵੇ ਕੋਈ, ਤਾਂ ਉੱਤਰ ਤੁਹਾਡਾ ਪੋਜ਼ੀਟਿਵ ਸੰਖਿਆ ਹੀ ਆਏਗੀ। ਸੋ ਇਹ ਗੱਲਾਂ ਧਿਆਨ 'ਚ ਰੱਖਿਓ। ਅੱਛਾ, ਫਿਰ ਗੱਲ ਕਰਦੇ ਹਾਂ ਜੀ ਆਪਾਂ ਅਭਾਜ ਗੁਣਨਖੰਡਾਂ ਦੀ। ਉਦਾਹਰਨ ਵਜੋਂ ਜਿਵੇਂ ਮੈਂ ਗੱਲ ਕਰਾਂ ਜੀ 12 ਦੇ ਗੁਣਨਖੰਡ ਬਣਾਉਣੇ ਚਾਹੁੰਦਾ ਮੈਂ, ਤਾਂ 12 ਸਭ ਤੋਂ ਪਹਿਲਾਂ ਦੇਖੋ ਕਿਹੜੇ ਪਹਾੜੇ 'ਤੇ ਵੰਡਿਆ ਜਾਊਗਾ? 2 ਦੇ ਪਹਾੜੇ 'ਤੇ। 2 ਛੀਕੇ 12, 2 ਤੀਏ 6, 3 ਏਕਮ 3, ਯਾਨੀ ਕਿ 12 ਦੇ ਗੁਣਨਖੰਡ ਬਣ ਗਏ 2 ਗੁਣਾ 2 ਗੁਣਾ 3। ਤੁਹਾਡੀ ਯਾਦ ਹੋਏਗਾ ਜਦੋਂ ਵੀ ਅਸੀਂ ਕਦੇ ਭਾਗ ਕਰਦੇ ਹਾਂ ਤਾਂ ਹਮੇਸ਼ਾ ਇੱਥੇ ਅਭਾਜ ਸੰਖਿਆਵਾਂ ਲੈਂਦੇ ਹਾਂ, ਯਾਨੀ ਕਿ ਜਿਨ੍ਹਾਂ ਦੇ ਅੱਗੋਂ ਗੁਣਨਖੰਡ ਨਹੀਂ ਬਣਾਏ ਜਾ ਸਕਦੇ। ਤਾਂ ਜਿਹੜੀਆਂ ਸੰਖਿਆਵਾਂ ਸਿਰਫ ਆਪਣੇ ਆਪ 'ਤੇ ਜਾਣ ਜਾਂ ਇੱਕ ਦੇ ਪਹਾੜੇ 'ਤੇ ਜਾਣ, ਯਾਨੀ ਕਿ ਜਿਨ੍ਹਾਂ ਦੇ 2 ਹੀ ਗੁਣਨਖੰਡ ਹੋਣ, ਤੁਹਾਡੀ ਯਾਦ ਹੈ ਨਾ, ਉਹਨਾਂ ਨੂੰ ਕਿਹਾ ਸੀ ਅਸੀਂ ਅਭਾਜ ਸੰਖਿਆਵਾਂ। ਤਾਂ ਅਸੀਂ ਇੱਥੇ ਗੁਣਨਖੰਡ ਹਮੇਸ਼ਾ ਅਭਾਜ ਲੈਣੇ ਹੁੰਦੇ ਆ। ਹੁਣ ਇਸ ਨੂੰ ਲਿਖ ਸਕਦੇ ਹੋ ਤੁਸੀਂ, ਕਿਉਂਕਿ 2 2 ਵਾਰ ਗੁਣਾ ਹੋ ਚੁੱਕਿਆ ਹੈ, ਤਾਂ 2 ਦੀ ਘਾਤ 2 ਗੁਣਾ 3 ਦੀ ਘਾਤ 1। ਅੱਛਾ, ਇਹ ਕੋਈ ਫਰਕ ਨਹੀਂ ਪੈਂਦਾ। ਹੋ ਸਕਦਾ ਹੈ ਤੁਹਾਡੇ 'ਚੋਂ ਕੋਈ ਹੋਰ ਵਿਦਿਆਰਥੀ ਹੋਵੇ ਜਿਹੜਾ ਪਹਿਲਾਂ ਅਭਾਜ ਸੰਖਿਆ 3 'ਤੇ ਭਾਗ ਕਰੇ, 3 ਚੌਕੇ 12, 2 ਦੂਣੀ 4, 2 ਏਕਮ 2, ਯਾਨੀ ਕਿ ਉਹ ਇਸ ਨੂੰ ਇਸ ਤਰ੍ਹਾਂ ਲਿਖਣਾ ਚਾਹਵੇ, ਪਹਿਲਾਂ ਵੱਡਾ ਅੰਕ 3 ਲਿਖ ਲਏ, ਬਾਅਦ ਦੇ ਵਿੱਚ ਛੋਟੇ ਅੰਕ, ਤਾਂ ਇਹਨੂੰ ਲਿਖ ਸਕਦੇ ਹੋ ਤੁਸੀਂ 3 ਦੀ ਘਾਤ 1 ਗੁਣਾ 2 ਦੀ ਘਾਤ 2, ਯਾਨੀ ਕਿ ਇਹਨਾਂ ਦੀ ਤਰਤੀਬ ਬਦਲੀ ਜਾ ਸਕਦੀ ਹੈ। ਮਤਲਬ ਅਭਾਜ ਗੁਣਨਖੰਡਾਂ ਦੀ ਤਰਤੀਬ ਜਾਂ ਕ੍ਰਮ ਕਹਿ ਲਓ ਬਦਲ ਸਕਦੇ ਹਾਂ, ਪਰ ਯਾਦ ਰੱਖੋ ਗੁਣਨਖੰਡ ਉਹੀ ਰਹਿਣਗੇ। ਜੇ 12 ਦੇ ਗੁਣਨਖੰਡ ਦੇ ਵਿੱਚ ਦੂਆ 2 ਵਾਰ ਆਇਆ ਅਤੇ ਤੀਆ 1 ਵਾਰ ਆਇਆ, ਤਾਂ ਚਾਹੇ ਮੈਂ ਗੁਣਨਖੰਡ ਬਣਾਵਾਂ ਚਾਹੇ ਤੁਸੀਂ ਬਣਾਓ, ਤੁਹਾਨੂੰ ਤੀਆ ਇੱਕੋ ਹੀ ਮਿਲੇਗਾ ਅਤੇ ਦੂਏ 2 ਹੀ ਮਿਲਣਗੇ। ਬਸ ਇਹਨਾਂ ਦੀ ਤਰਤੀਬ ਆਪਾਂ ਅੱਗੇ ਪਿੱਛੇ ਲਿਖ ਸਕਦੇ ਹਾਂ।
चलो आओ हुण आपां अभ्यास शुरू करन जा रहे हैं जी। अभ्यास 13.1 ਇਹਦੇ प्रश्न। पहले प्रश्न का पहला भाग है जी, कहंदा हेठ लिखियां दा मुੱਲ पता करो। कई बार ये प्रश्न इदां भी आ जाता है कि इन्हां नूं सरल करो या हल करो। लो असी करते हैं जी पहला प्रश्न। 2 की घात 6 है, जिन्नी घात है 2 नूं अपने आप नाल ओने बार गुणा कर लो। 1 2 3 4 5 ते 6, क्योंकि घात 6 सी तो 2 नूं अपने आप नाल 6 बार गुणा कर लिया। 2 दूणी 4, 4 दूणी 8, 8 दूणी 16, 16 दूणा 32, 32 दूणा 64। तुहाडा आंसर आ चुकिया। होर देखो इहदा दूसरा भाग है 11 की घात 2, 11 अपने आप नाल 2 बार गुणा, 11 11 121 आंसर। तीसरा भाग है 5 की घात 4, 5 गुणा 5 गुणा 5 गुणा 5। कई बारी तुहानूं ना गुणा करनी जे औखी लग रही है इस तरह भी 4 अंकों की इकट्ठी, तो तुसीं 2 अंक करके गुणा कर लो। 5 5 25, फिर 5 5 25। हुण 25 की 25 नाल गुणा करनी है। 5 5 25 हासला 2, 5 दूणी 10, 2 जोड़े 12, 2 5 10 हासला 1, 2 दूणी 4 ते 1 5। लो जोड़ करिए 5, 2 + 0 2, 1 ते 5 6। तो ये तुहाडा उत्तर आ गया 625 आंसर। अच्छा हुण इस तरीके नाल दूसरा प्रश्न है, कहंदा हेठ लिखिया नूं घात अंकी रूप विच लिखो। लो जी जिस तरह पहला भाग है 6 है जिहड़ा 4 बार गुणा हो रहा है, तो इनू लिखांगे 6 की घात 4। याद रखो आधार अंक थोड़ा वड्डा ते घात अंक थोड़ा छोटा लिखना है। इस तरीके नाल तुहाडा चौथा भाग है 5 गुणा 5, 7 गुणा 7 गुणा 7। देखो 5 2 बार गुणा है तो 5 की घात 2 गुणा, 7 3 बार गुणा है 7 की घात 3। ये हो गया जी घात अंकी संकेतन। इस तरीके नाल पंजवां भाग 2 गुणा 2 ए गुणा ए। 2 कितने बार गुणा होया है? 1 ते 2 2 बार, तो 2 की घात लिखो जी 2। ए कितने बार गुणा अपने आप नाल? 1 ते 1 2 बार, तो ए की घात 2 आंसर। आओ इहदा एक भाग होर करके दिखाइए तुहानूं। छेवां भाग है ए गुणा ए गुणा ए। ए 3 बार गुणा है, सी 4 बार गुणा है, तो डी 1 बार गुणा है। चेक कर लो 1 2 3, ए 3 बार गुणा है, 1 2 3 4, सी 4 बार गुणा है, यानी कि ए की घात 3, सी की घात 4, डी 1 बार ही आया है, तो डी की घात 1 लिख दवो। तुहाडा आंसर तैयार हो चुका। इस तरीके नाल तीसरा प्रश्न है संख्यावां नूं घात अंकी संकेतन विच लिखो। लो जी पहला भाग है 512, तो सानू घात अंकी संकेतन च लिखण लई 512 दे गुणनखंड लभणे पैणगे। देखो अखीरला अखर 2 है, जोटा है, तो 2 दे भाड़े ते वंडिया जाऊगा। 2 दूणी 4, 5 4 गए 1, 1 ते 1 11, 2 5 10, 1 बच गया 12, 2 6 12, 2 एकम 2, 2 दूणी 4, 1 बच गया 16, 2 8 16। 2 का भाड़ा देखो 1 थले नहीं जाता, एक होर हांसल ले लो, वह इत्थे सिफर लगूगा। 2 6 12, 2 चौके 8। हुण सब तो पहला कोई संख्या जे सिफर नाल शुरू होवे उहदा कोई मुल नहीं हुंदा, तो सिफर लिखण की लोड़ नहीं। 2 3 6, 2 दूणी 4, 2 16 32, 2 8 16, 2 चौके 8, 2 दूणी 4, 2 एकम 2। आओ असीं दोआं की गिणती करिए 1 2 3 4 5 6 7 8 9, यानी कि दूआ जिहड़ा अपने आप नाल 9 बार गुणा होया। 1 2 3 4 5 6 7 8 9, तो ये हो गया जी 2 की घात 9 आंसर। बन गया जी घात अंकी संकेतन। दूसरा भाग है 343। अच्छा हुण नोट करो जिहड़ा 343 है ये सिर्फ 7 के भाड़े ते जांदा है, होर किसी भाड़े ते नहीं जाता।
तो 7 का पहाड़ा 34 थले पढ़िए। पहला देखो 7 सिंगल डिजिट है, तो सिंगल डिजिट 3 थले 7 का पहाड़ा पढ़ो, 7 एकम 7, 3 के थले नहीं वंडिया जाता, तो एक जना होर सानू हांसल लेना पिया, उहदी लग गई 0। 34 थले 7 का पहाड़ा 7 चौका 28, 34 चो 28 घटाए 6, 6 ते 3 63, 7 नाम 63। जे तुहानू इस तरह भाग करने में मुश्किल आती है तो तुसी पुरानी विधि नाल भाग कर लो 0, क्योंकि 7 का पहाड़ा तो 3 नहीं आ रहा, एक हांसल लेना पिया। 7 चौका 28, 14 चो 8 कटे 6, उत्तों उतारिया 3, 7 नाम 63। लो जी, फिर 7 7 52, 7 एकम 7, यानी कि ये टुकड़े बन गए 3 7, यानी कि 7 की घात 3 आंसर। वधिया गल है जे आ गुणनखंड बनाने वाली चीज़ तुसी पक्के काम विच करके दिखाओ। आओ इहदा एक भाग होर करके देखिए। चौथा भाग है जी 3125। लो जी, इनू भाग करके देखिए तो 3125 अखीरला अंक 5 है, तो ये सारी संख्या 5 के पहाड़े ते वंडी जाऊगी। 5 का पहाड़ा 3 थले पढ़ो नहीं जाता, एक हांसल 31 बन गया, 5 6 का 30, 1 बच गया, 1 ते 2 12, 5 दूनी 10, 2 बच गए 25, 5 5 25। 5 का पहाड़ा 6 थले पढ़ो, 5 एकम 5, 1 वध गया, 1 ते 2 12, 5 दूनी 10, 5 5 25, 5 दूनी 10, 2 बच गए 25, 5 5 25। लो जी, 5 एकम 5, तो ये आ गया जी 1 2 3 4 5, 1 2 3 4 5, 5 बार 5 आ, यानी कि 5 की घात 5 आंसर। लो जी, हुण असीं चौथा प्रश्न करते हैं। कहता हेठ लिखियां दे हरेक भाग विच जिथे तक संभव होवे वड्डी संख्या लिखो। असीं सिर्फ इन्ना दसना है कि संख्या किहड़ी वड्डी है किहड़ी छोटी है। पहला भाग है 4 की घात 3 ਜਾਂ 3 की घात 4। लो जी, चौके नूं अपने आप नाल 3 बार गुणा करो, तीए नूं अपने आप नाल 4 बार गुणा करो। 3 तीए 9, गुणा 3 27, गुणा 3 81, 4 चौके 16, 16 चौकी 64। हुण 64 ते 81 चो किहड़ा वड्डा जी? 81 वड्डा है। इस करके 4 की घात 3 ते 3 की घात 4 चों 3 की घात 4 वड्डा है आंसर। एक होर भाग देखते हैं, असी करते हैं जी दूसरा भाग 5 की घात 3 ते 3 की घात 5। लो जी, जिन्नी किसी की घात है उन्नी बार गुणा कर लो। 5 की घात 3 है तो 3 बार गुणा करो। 5 5 25, 25 5 125, 3 तीए 9, 30 27, 30 81, 30 243। तो वड्डा किहड़ा हो गया जी? 125 कि 243? 243। इस करके इन्हां दोहां विचों 3 की घात 5 वड्डा है। आओ इहदा एक प्रश्न होर करके देखिए। चौथा भाग है 100 की घात 2 ਜਾਂ 2 की घात 100। इनू हल करना है जी। देखियो, अच्छा 100 की घात 2 है, इसनू मैं इस तरह लिखदा 100 गुणा 100। की ख्याल है? तो 2 की घात 100 है। देखो 2 की घात 7 हुंदा जिहड़ा वो 128 बन जाता है। तो मैं की कीता, इस 100 के 3 टुकड़े करूँगा, 7 + 7 + 86। याद रखो 7 + 7 + 86 जोड़ करोगे 7 ते 7 14 ते 86 100 बनता है। यानी कि 2 की घात 7, 2 की घात 7, 2 की घात 86। देख लो इत्थे 2 7 बार गुणा है, 7 बार गुणा है, 86 बार गुणा है, कुल कितनी बार गुणा? 100 बार। यानी कि 100 की घात नूं मैं 3 टुकड़ियां च तोड़ लिया। क्यों तोड़िया हुण मैं तुहानूं दिखाना। देखो, क्योंकि 2 की घात 7 का मुੱਲ है जिहड़ा इस 100 तो वड्डा सिद्ध कर दूंगा मैं। किस तरह? दूए नूं 7 बार गुणा करो, 1 2 3 4 5 6 7, 2 दूनी 4 दूनी 8 दूनी 16 दूना 32 दूना 64 दूना 128।
तो 2 की घात 7 का मतलब हो गया 128, इसका मतलब भी हो गया 128, तो 2 की घात 86। हुण तुलना करो, इत्थे जिहड़ा पहला 100 है ਇਹਦਾ ਮੁੱਲ 128 तो घट है, यानी कि 128 ਵੱਡਾ है। दूजे नंबर पर फिर 100 है, ਉਹਦਾ ਮੁੱਲ 128 तो फिर छोटा है, यानी कि ਪਹਿਲੀਆਂ 2 टर्म की गुणा च इन्हां दोहां टर्म की गुणा वड्डी है, तो हजे 2 की घात 86 का होर भी गुणा करके वड्डी रकम दूगा सानू। तो इत्थों सानू तुलना करके पता लग गया कि किहड़ी संख्या वड्डी आ रही है। किहड़ी आ रही है जी? सज्जे पासे वाली, आ वड्डा है। इस करके 100 की घात 2 तो 2 की घात 100 चों 2 की पावर 100 वड्डा है। आंसर होर देखते हैं, क्वेश्चन करते हैं। 5वां प्रश्न है, कहता हेठ लिखियां विचों हरेक नूं अभाज गुणनखंडां दे घात अंकां दे गुणनफल के रूप में दर्शाओ, यानी कि घात अंकी संकेतन रूप ही लिखना है। पहला भाग है जी 648। लो 648 के गुणनखंड, अखीरला अंक 8 है, जोटा है 2 ते वंडा जाएगा। 2 तीए 6, 2 दूनी 4, 2 चौके 8, 2 एकम 2, 1 बच गया 12, 2 छीके 12, 2 दूनी 4, फिर 2 8 16, 2 एकम 2। हुण 81 नूं वंडिया सी, 81 जाएगा जी 3 दे पहाड़े ते, अंकां दा जोड़ देखो 8 ते 1 9, 3 ते वंडिया जाता है, तो ये सारी संख्या भी 3 ते वंडी जाएगी। 3 दूनी 6, बाकी बचे 2 ते 1 21, 3 7 21, 3 9 27, 3 तीए 9, तो 3 एकम 3। तो लो जी 648 दे विच 2 है 3 बार गुणा होया, 30 है जिहड़ा 4 बार गुणा होया, तो इहनूं लिखो 2 की घात 3 तो 3 की घात 4, विचकार लिखो जी गुणा का निशान। लो असी अभाज गुणनखंड बना ली। हुण इस तरीके नाल दूसरा भाग देखो, इहदा 405, अखीरला अंक है जी 5, तो ये वंडिया जाएगा जी 5 के पहाड़े ते। 5 के पहाड़े थले 5 का पहाड़ा पढ़ो, 4 थले वंडिया जाता है? नहीं वंडिया जाता, एक हांसल लेना पऊगा, वो लग गई 0। 5 8 40 तो 5 एकम 5। लो ये 81 के टुकड़े इत्थे भी बना के हटे हैं। 3 27 81, 3 9 27, 3 30 9, 3 एकम 3, यानी कि 5 गुणा 3 है जोड़ा 4 बार लिखा है, यानी कि ये आ गया 5 की घात 1 गुणा 3 की घात 4। आंसर। एक होर प्रश्न देखिए करके इस तरह का, तीसरा करते हैं 540। लो जी 540, ਇਹਦਾ अखीरला अंक देखो 0 है। ਜਿਹੜੀ संख्या का अखीरला अंक 0 ਹੋਵੇ ਉਹ 5 ਦੇ ਪਹਾੜੇ ਤੇ ਪੱਕਾ ਜਾਂਦਾ ਹੁੰਦਾ ਹੈ। वैसे तो 10 ਤੇ भी ਵੰਡਿਆ ਜਾਂਦਾ ਹੈ, पर ਅਸੀਂ ਅਭਾਜ ਸੰਖਿਆਵਾਂ ਲੈਣੀਆਂ ਤਾਂ 5 एकम 5। ਹੁਣ 5 ਦੇ ਪਹਾੜੇ ਤੇ 4 नहीं ਜਾਂਦਾ, एक हांसल लेना पऊगा, ਉਹਦੀ ਲੱਗ गई 0। 5 8 40, 108, ये 2 ਤੇ गया, 2 5 10, 2 चौके 8, 2 दूनी 4, 1 बच गया, 1 ते 4 14, 2 7 14, 3 9 27, 3 30 9, 3 एकम 3। सब तो देखो छोटी भाज संख्या 2 है, वो 2 बार गुणा है, तो असी लिखते हैं 2 गुणा 2। उस तो बाद 1 2 3 तीए, 3 गुणा 3 गुणा 3। उस तो बाद 1 5, यानी कि 2 की घात 2, 3 की घात 3 गुणा 5 की घात 1। आंसर आ चुका जी। 6वां प्रश्न है, सरल करो, बस असी इन्हां दी गुणा करके उत्तर लिख देना। 2 गुणा 10 की घात 3, 2 10 की घात है जी 3, तो 10 को अपने आप नाल 3 बार गुणा। अच्छा सिफरां की गुणा तो करनी तो बहुत सौखा है, की करना जी असी उस लई सिफरां लुको के बिना सिफरां तो अंक चक्को, 1 1 ते 1, तिने एकियां की गुणा, 1 एकम 1, 1 एकम 1, 1 गुणा 2 2, तो बाकी सिफरां गिण के नाल ला दिओ, तुहाडा आंसर तैयार है। होर देखो इस तरीके नाल दूसरा भाग 7 की पावर 2 गुणा 2 की पावर 2। 7 की घात है जी 2, 7 अपने आप नाल 2 बार गुणा। 2 की घात है जी 2, 2 भी अपने आप नाल 2 बार गुणा। 7 7 49, तो 2 दूनी 4,
लो जी 49 ਦੀ 4 ਨਾਲ गुणा करके देख लियो 196 आंसर आ जाएगा। होर करके देखिए प्रश्न एक। इस तरीके नाल पंजवां भाग है 0 गुणा 10 की घात 2। सिफर की किसी मर्जी संख्या नाल गुणा कर दो तो उत्तर सिफर ही आएगा आंसर। तो 7वां भाग है 2 की घात 4 गुणा 3 की घात 2। लो जी दूए की पावर 4 है, दूआ अपने आप नाल 4 बार गुणा, 3 की घात 2 3 2 बार गुणा, 2 दूनी 4 दूनी 8 दूनी 16 3 तीए 9। लो जी 16 नया 144 आंसर। इस तरीके नाल देखो 8वां भाग 3 की घात 2 गुणा 10 की घात 4। 3 गुणा 3 10 की घात 4 है, 10 अपने आप नाल 4 बार गुणा, 3 तीए 9। अच्छा सिफर वाली रकमां की गुणा देखो, सिफर लुको लो अगे कले एक नज़र आ रहे हैं, 1 गुणा 1 गुणा 1 गुणा 1 1। सिफर गिन लो जी 4 सिफर, 9 1 9, 4 सिफर गिन के नाल लगा दिओ तो उत्तर तैयार हो गया। लो जी 7वां क्वेश्चन करिए। 7वां क्वेश्चन भी है जी सरल करो। उहदा जिवें पहला भाग है -4 की पावर 3, तो की करो -4 नूं अपने आप नाल 3 बार गुणा कर लो। माइनस का निशान कितनी बार गुणा है 3 बार, 3 कली है तो माइनस रह जाऊगी, 4 चौके 16 16 चौकी 64 तुहाडा आंसर। तीसरा भाग -3 की घात 2 -5 की घात 2। -3 गुणा -3 -5 गुणा -5। माइनस गिनो जी कितने बार गुणा है 1 2 3 4, 4 बार गुणा है। 4 कली है कि जोटा, जोटा जी प्लस च बदल गया। 3 तीए, हाँ जी मैं दोबारा समझाने लगा, देखो माइनस का निशान 4 बार गुणा है तो 4 जोटा होंदा है, तो जे माइनस की घात जोटा होवे यानी कि माइनस का निशान जोटे बार गुणा होवे तो माइनस खत्म हो जाती है, प्लस बाकी रह जाता है। 3 तीए 9 5 5 25, तो यह हो गया जी 3 तीए 9 गुणा 5 5 25, 25 नया 225। निशान प्लस का लगाना लगाओ, नहीं तो कोई ज़रूरत नहीं। एक होर भाग करिए इसका, चौथा -2 की घात 3 तो -10 की घात 3। लो जी -2 अपने आप नाल 3 बार गुणा, -10 अपने आप नाल 3 बार गुणा, माइनस गिनो कितनी बार गुणा है 1 2 3 4 5 6, तो ये बदल गया जी प्लस के विच, 6 जोटा होंदा ना। 2 दूनी 4 दूनी 8 गुणा 1 एकम 1 एकम 1, 3 सिफर गिन के नाल लगा लो। 8 एकम 8, 3 सिफर गिन के नाल लगा लो, थोड़ा आंसर तैयार हो चुका। लो जी 8वां प्रश्न करिए। कहता जी हेठ लिखियां संख्यावां की तुलना करो। तुलना करना मतलब है असी दसनी है किहड़ी संख्या वड्डी है किहड़ी छोटी है। लो जिवें पहला प्रश्न है 2.7 गुणा 10 की पावर 12, 1.5 गुणा 10 की पावर 8। इत्थे नोट करो 10 की घात 12 है तो 10 की घात 8 है, यानी कि इस तरह मान लो भी ये राजे कोले 10 मान लो 1 सिपाही है तो 12 सिपाही है, इस कोले 8 सिपाही है। पहला आप सिपाहियों की गिनती बराबर करिए, किवें 4 सिपाही वक्रे कर लो, 8 सिपाही वक्रे कर लो, ठीक है, ताकि ये 8 सिपाही अपने आप नाल बैलेंस हो जाएंगे। तो हुण नोट करो जी किहड़ी संख्या वड्डी आएगी साडे कोले 2.7 10 की घात 4, यानी कि एका पा के नाल 4 सिफर। लो हुण तुलना करो इन्हां दी, 10 की घात 8 तो 10 की घात 8 बराबर है। 2.7 नूं इस नाल गुणा कीता ते 1.5 नूं गुणा कीता है, किहड़ी संख्या वड्डी आएगी? तुहानूं याद है ना, दशमलव उड़ाओ एका मगर एक अंक है 1 सिफर, 0 नाल 0 कटेगी, 27 एकम 27 3 सिफर ते 10 की घात 8। हुण इन्हां दोनों चों किहड़ा वड्डा है? 27,000 वड्डा है कि 1.5 वड्डा है? बिल्कुल सही, ये वड्डा है। तो इस करके 2.7 गुणा 10 की पावर 12
ਤੇ 1.5 ਗੁਣਾ 10 ਦੀ ਪਾਵਰ 8 ਚੋਂ ਪਹਿਲੀ ਸੰਖਿਆ ਖੱਬੇ ਹੱਥ ਵਾਲੀ ਵੱਡੀ ਆ ਚੁੱਕੀ ਹੈ। ਇਹਦਾ ਦੂਜਾ ਭਾਗ ਵੀ ਕਰਕੇ ਦੇਖੀਏ ਇਸੇ ਤਰੀਕੇ ਨਾਲ। 4 ਗੁਣਾ 10 ਦੀ ਘਾਤ 14, 3 ਗੁਣਾ 10 ਦੀ ਘਾਤ 17। ਇਹ ਬੰਦੇ ਕੋਲ 14 ਸਿਪਾਹੀ ਹੈ, ਇਸ ਕੋਲ 17 ਸਿਪਾਹੀ ਹੈ। ਚਲੋ ਪਹਿਲਾਂ ਸਿਪਾਹੀਆਂ ਦੀ ਗਿਣਤੀ ਬੈਲੈਂਸ ਕਰੀਏ। 3 ਸਿਪਾਹੀ ਵੱਖਰੇ ਕਰ ਲਓ, 14 ਸਿਪਾਹੀ ਵੱਖਰੇ। 10 ਦੀ ਘਾਤ 3 ਦਾ ਮਤਲਬ 10 3 ਵਾਰ ਗੁਣਾ, ਯਾਦ ਹੈ 1000 ਆਇਆ ਸੀ ਇਹਦਾ ਮੁੱਲ, ਅਤੇ 10 ਦੀ ਘਾਤ 14। 3 ਏਕਮ 3 ਨਾਲ 3 ਸਿਫਰਾਂ, 10 ਦੀ ਘਾਤ 14। ਲਓ ਜੀ ਹੁਣ ਮਿਲਾਓ, 10 ਦੀ ਘਾਤ 14 ਅਤੇ 10 ਦੀ ਘਾਤ 14 ਬੈਲੈਂਸ ਹੋ ਗਿਆ। 4 ਵੱਡਾ ਕਿ 3000 ਵੱਡਾ? 3000 ਵੱਡਾ। ਇਸ ਕਰਕੇ 4 ਗੁਣਾ 10 ਦੀ ਪਾਵਰ 14, 3 ਗੁਣਾ 10 ਦੀ ਪਾਵਰ 17 ਚੋਂ ਇਹ ਵੱਡਾ ਹੈ ਆਨਸਰ। ਉੱਧਰ ਹੀ ਨਿਸ਼ਾਨ ਦਾ ਮੂੰਹ ਖੋਲ੍ਹ ਦਈਦਾ ਜਿਹੜੀ ਸੰਖਿਆ ਵੱਡੀ ਹੋਵੇ।